ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਦਾ ਸਾਡਾ ਜਿਹੜਾ ਟੌਪਿਕ ਹੈਗਾ ਕੇਸ ਪ੍ਰੈਜੈਂਟੇਸ਼ਨ ਔਨ ਚਿਕਨ ਪੌਕਸ। ਇਸ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਜਿਹੜੀ ਕੇਸ ਪ੍ਰੈਜੈਂਟੇਸ਼ਨ ਹੁੰਦੀ ਆ ਕਿੱਦਾਂ ਬਣਾਈ ਦੀ ਹੈਗੀ ਆ। ਸਭ ਤੋਂ ਪਹਿਲਾਂ ਨਾਰਮਲ ਪੇਜਸ ਦੇ ਵਾਂਗ ਅਸੀਂ ਕੇਸ ਪ੍ਰੈਜੈਂਟੇਸ਼ਨ ਬਣਾਉਣੀ ਹੈਗੀ ਹੈ। ਸਬਜੈਕਟ ਲਿਖਣਾ ਹੈਗਾ ਸਬਮਿਟਡ ਟੂ, ਸਬਮਿਟਡ ਬਾਏ ਐਂਡ ਸਬਮਿਟਡ ਔਨ, ਜਿਸ ਦੇ ਵਿੱਚ ਅਸੀਂ ਡੇਟਸ ਲਿਖਦੇ ਹੈਗੇ ਆ। ਉਸ ਤੋਂ ਨੈਕਸਟ ਹੈਗਾ ਇੰਟਰੋਡਕਸ਼ਨ, ਜਿੱਦਾਂ ਕਿ ਮੈਂ ਲਿਖਿਆ ਹੋਇਆ ਤੁਸੀਂ ਐਗਜ਼ਾਮਪਲ ਲੈ ਸਕਦੇ ਆ। ਤੁਸੀਂ ਇਸ ਦੇ ਵਿੱਚ ਆਪਣਾ ਨੇਮ ਲਿਖਣਾ ਹੈਗਾ, ਜਿੱਦਾਂ ਕਿ ਆਈ ਐਮ ਗੁਰਲੀਨ ਕੌਰ ਸਟੱਡਿੰਗ ਇਨ, ਜਿਹੜੀ ਵੀ ਤੁਸੀਂ ਈਅਰ ਦੇ ਵਿੱਚ ਸਟੱਡੀ ਕਰ ਰਹੇ ਆ, ਜਿਹੜਾ ਤੁਸੀਂ ਤੁਹਾਡਾ ਕਾਲਜ ਹੈਗਾ ਐਂਡ ਜਿੱਥੇ ਤੁਹਾਡਾ ਕਾਲਜ ਜਾਂ ਇੰਸਟੀਟਿਊਟ ਹੈਗਾ ਉੱਥੋਂ ਦਾ ਤੁਸੀਂ ਐਡਰੈਸ ਲਿਖਣਾ ਹੈਗਾ। ਆਈ ਸਿਲੈਕਟਡ ਮਾਈ ਪੇਸ਼ੈਂਟ ਦਾ ਨਾਮ ਲਿਖਣਾ ਹੈਗਾ। ਹੂ ਵਾਜ਼ ਸਫਰਿੰਗ ਫਰੋਮ ਚਿਕਨ ਪੌਕਸ ਆਫ my case presentation. I want to gain more knowledge regarding this condition. I also give care to patient. I help to reduce the further complications। ठीक है, ਤਾਂ ਉਸ ਤੋਂ ਬਾਅਦ ਨੈਕਸਟ ਲਿਖਣਾ ਹੈਗਾ ਸਟੂਡੈਂਟ ਪ੍ਰੋਫਾਈਲ। ਸਟੂਡੈਂਟ ਪ੍ਰੋਫਾਈਲ ਦੇ ਵਿੱਚ ਤੁਸੀਂ ਲਿਖਣਾ ਹੈਗਾ ਨੇਮ, ਏਜ, ਕਲਾਸ, ਕੋਰਸ, ਨੇਮ ਆਫ ਇੰਸਟੀਟਿਊਟ, ਪਲੇਸ ਐਂਡ ਡਿਸਟ੍ਰਿਕਟ ਨੇਮ। ਤੁਸੀਂ ਆਪਣੇ ਬਾਰੇ ਜਿਹੜੀ ਇਨਫੋਰਮੇਸ਼ਨ ਐਡ ਕਰਨੀ ਹੈਗੀ ਆ। ਨੈਕਸਟ ਹੈਗੀ ਆ ਪੇਸ਼ੈਂਟ ਪ੍ਰੋਫਾਈਲ। ਪੇਸ਼ੈਂਟ ਪ੍ਰੋਫਾਈਲ ਦੇ ਵਿੱਚ ਤੁਸੀਂ ਸਾਰਾ ਪੇਸ਼ੈਂਟ ਦਾ ਜਿਹੜਾ ਬਾਇਓਡਾਟਾ ਲਿਖੋਗੇ, ਜਿੱਦਾਂ ਕਿ ਮੈਂ ਲਿਖਿਆ ਹੈਗਾ ਨੇਮ, ਏਜ, ਸੈਕਸ ਫੀਮੇਲ ਔਰ ਮੇਲ, ਐਡਰੈਸ, ਮੈਰੀਟਲ ਸਟੇਟਸ, ਪੇਸ਼ੈਂਟ ਮੈਰਿਡ ਹੈਗਾ ਜਾਂ ਅਨਮੈਰਿਡ, ਐਜੂਕੇਸ਼ਨ, ਹੈਲਥ ਸਟੇਟਸ ਦੇ ਵਿੱਚ ਆਊਗਾ ਅਨਹੈਲਦੀ, ਪਲੇਸ, ਆਕੂਪੇਸ਼ਨ ਐਂਡ ਡਾਇਗਨੋਸਿਸ। ਡਾਇਗਨੋਸਿਸ ਦੇ ਵਿੱਚ ਆਊਗਾ ਚਿਕਨ ਪੌਕਸ। ਉਸ ਤੋਂ ਨੈਕਸਟ ਹੈਗਾ ਹਿਸਟਰੀ ਕਲੈਕਸ਼ਨ। ਹਿਸਟਰੀ ਕਲੈਕਸ਼ਨ ਦੇ ਵਿੱਚ ਲਿਖਾਂਗੇ ਅਸੀਂ ਆਈਡੈਂਟੀਫਿਕੇਸ਼ਨ ਡਾਟਾ, ਨੇਮ, ਏਜ, ਐਡਰੈਸ, ਐਜੂਕੇਸ਼ਨ, ਹੈਲਥ ਸਟੇਟਸ, ਆਕੂਪੇਸ਼ਨ ਐਂਡ ਡਾਇਗਨੋਸਿਸ। ਉਸ ਤੋਂ ਬਾਅਦ ਨੈਕਸਟ ਹੈਗਾ ਚੀਫ ਕੰਪਲੇਂਟਸ। ਚੀਫ ਕੰਪਲੇਂਟਸ ਦੇ ਵਿੱਚ ਅਸੀਂ ਕੀ ਲਿਖਾਂਗੇ ਲੋ ਗ੍ਰੇਡ ਫੀਵਰ, ਠੀਕ ਹੈ, ਮੈਨੀਫੈਸਟੇਸ਼ਨ ਬਾਈ 1 to 2 days। ਜਿਹੜਾ ਲੋ ਗ੍ਰੇਡ ਫੀਵਰ ਹੈਗਾ ਇਸ ਤੱਕ ਬਹੁਤ ਹੈਗਾ, ਤੁਸੀਂ ਗਾਹ ਨਾ ਲਿਖਿਓ, ਜਾਂ ਲਿਖ ਸਕਦੇ ਹਾਂ ਵਾਰਮ ਸਕਿਨ, abnormal pain from 5 days, headache from 6 days and malaise from 3 days। ਉਸ ਤੋਂ ਬਾਅਦ ਨੈਕਸਟ ਲਿਖਣਾ ਹੈਗਾ anorexia from 4 days, cough and nausea from 10 days, sore throat from 9 days and fatigue from 11 days। ਨੈਕਸਟ ਹੈਗਾ ਮੈਡੀਕਲ ਹਿਸਟਰੀ। ਜਿਹੜੀ ਪੇਸ਼ੈਂਟ ਦੀ ਆਪਾਂ ਮੈਡੀਕਲ ਹਿਸਟਰੀ ਕਲੈਕਟ ਕਰਨੀ ਆ। ਪ੍ਰੈਜੈਂਟ ਮੈਡੀਕਲ ਹਿਸਟਰੀ, ਪੇਸ਼ੈਂਟ ਇਜ਼ ਸਫਰਿੰਗ ਫਰੋਮ ਚਿਕਨ ਪੌਕਸ ਐਂਡ ਹੈਵ ਚੀਫ ਕੰਪਲੇਂਟਸ ਆਰ, ਜਿਹੜੀਆਂ ਉਹਦੀਆਂ ਚੀਫ ਕੰਪਲੇਂਟਸ ਸੀ ਉਹ ਲਿਸਟ ਕਰ ਦੇਣੀ ਆ। ਪਾਸਟ ਹਿਸਟਰੀ ਕੀ ਆਊ, ਪੇਸ਼ੈਂਟ ਹੈਵ ਨੋ ਐਨੀ ਪਾਸਟ ਹਿਸਟਰੀ। ਸਰਜੀਕਲ ਹਿਸਟਰੀ, ਸਰਜੀਕਲ ਦੇ ਵਿੱਚ ਕੀ ਆਊਗੀ ਪ੍ਰੈਜੈਂਟ ਸਰਜੀਕਲ ਹਿਸਟਰੀ, ਪੇਸ਼ੈਂਟ ਹੈਵ ਨੋ ਐਨੀ ਸਰਜੀਕਲ ਹਿਸਟਰੀ। ਪਾਸਟ ਹਿਸਟਰੀ, ਦੇਰ ਇਜ਼ ਨੋ ਪਾਸਟ ਸਰਜੀਕਲ ਹਿਸਟਰੀ ਆਫ ਦਾ ਪੇਸ਼ੈਂਟ। ਉਸ ਤੋਂ ਬਾਅਦ ਆ ਜੂਗੀ ਪੇਸ਼ੈਂਟ ਦੀ ਜਿਹੜੀ ਫੈਮਿਲੀ ਹਿਸਟਰੀ। ਫੈਮਿਲੀ ਹਿਸਟਰੀ ਦੇ ਵਿੱਚ ਅਸੀਂ ਕਿੱਦਾਂ ਲਿਖਦੇ ਹਾਂ ਸੀਰੀਅਲ ਨੰਬਰ, ਨੇਮ, ਏਜ, ਐਜੂਕੇਸ਼ਨ, ਆਕੂਪੇਸ਼ਨ ਐਂਡ ਰਿਲੇਸ਼ਨ ਵਿਦ ਪੇਸ਼ੈਂਟ, ਰਿਮਾਰਕਸ। ਠੀਕ ਹੈ, ਫਸਟ ਜਿਹੜਾ ਨੇਮ ਹੈਗਾ ਜੋਰਾ, 33 ਮੇਲ, 33 ਏਜ ਹੈਗੀ ਹੈ, ਮੇਲ ਹੈਗਾ, ਐਜੂਕੇਸ਼ਨ 12th ਪਾਸ ਹੈਗੇ ਨੇ, ਆਕੂਪੇਸ਼ਨ ਕੀ ਹੈਗਾ ਐਗਰੀਕਲਚਰ, ਰਿਲੇਸ਼ਨ ਕੀ ਹੈਗਾ ਫਾਦਰ ਹੈਗੇ ਨੇ ਪੇਸ਼ੈਂਟ ਦੇ, ਐਂਡ ਰਿਮਾਰਕਸ ਹੈਲਦੀ ਹੈਗੇ ਆ। ਉਸ ਤੋਂ ਬਾਅਦ ਸਾਰਾ ਅਸੀਂ ਫੈਮਿਲੀ ਦਾ ਬਾਇਓਡਾਟਾ ਲਿਖ ਦੇਣਾ। ਉਸ ਤੋਂ ਬਾਅਦ ਫੈਮਿਲੀ ਟਰੀ ਬਣਾਉਣਾ ਹੈਗਾ। ਫੈਮਿਲੀ ਟਰੀ ਕਿੱਦਾਂ ਬਣਾਉਣਾ, ਜਿਹੜਾ ਬਾਕਸ ਦਾ ਸਾਈਨ ਅਸੀਂ ਦੇ ਰਹੇ ਹਾਂ ਇਹ ਮੇਲ ਨੂੰ ਦੇਣਾ ਹੈਗਾ, ਸਰਕਲ ਫੀਮੇਲ, ਐਂਡ ਜਿਹੜਾ ਪੇਸ਼ੈਂਟ ਹੋਊਗਾ ਉਹਨੂੰ ਇੱਦਾਂ ਲਾਈਨ ਲਗਾ ਕੇ ਫਿਲ ਕਰ ਦੇਣਾ। ਜਿਹਦੀ ਡੈਥ ਹੋਈ ਆ ਉਹਨੂੰ ਪੂਰਾ ਭਰ ਦੇਣਾ ਹੈਗਾ ਕਲਰ ਦੇ ਨਾਲ। ਠੀਕ ਹੈ, ਤਾਂ ਜਿਹੜਾ ਫੈਮਿਲੀ ਟਰੀ ਹੁੰਦਾ ਧਿਆਨ ਨਾਲ ਬਣਾਉਣਾ ਹੁੰਦਾ, ਜਿੱਦਾਂ ਕਿ ਇੱਦਾਂ ਅਸੀਂ ਲਾਈਨ ਲਗਾਤੀ ਤਾਂ ਉਹ ਹਸਬੈਂਡ ਵਾਈਫ ਹੋ ਗਏ। ਠੀਕ ਹੈ, ਜੇਕਰ ਉਹਨਾਂ ਦੇ ਗਾਂਹ ਇੱਕ ਸਨ ਹੈਗਾ ਇੱਕ ਡਾਟਰ ਹੈਗੀ ਤਾਂ ਉਹਨਾਂ ਨੂੰ ਅਸੀਂ ਇੱਦਾਂ ਲਿਖਣਾ ਹੁੰਦਾ ਹੈਗਾ। ਜੇ ਗਾਂਹ ਜਿਹੜਾ ਬੁਆਏ ਹੈਗਾ ਉਹਨਾਂ ਦਾ ਉਹ ਮੈਰਿਡ ਹੈਗਾ ਤਾਂ ਉਹਨਾਂ ਦੀ ਵਾਈਫ ਇੱਦਾਂ ਬਣ ਜੂਗੀ। ਜਿਹੜਾ ਹਸਬੈਂਡ ਵਾਈਫ ਦਾ ਰਿਲੇਸ਼ਨ ਹੈਗਾ ਉਹ ਇੱਦਾਂ ਲਾਈਨ ਵਿੱਚ, ਜੇਕਰ ਉਹਨਾਂ ਦੇ ਗਾਂਹ ਬੇਬੀ ਹੈਗੇ ਆ ਤਾਂ ਉਹਨਾਂ ਨੂੰ ਫੇਰ ਇੱਦਾਂ, ਜਿੱਦਾਂ ਕਿ 2 ਬੁਆਏ ਹੈਗੇ ਆ। ਠੀਕ ਹੈ, ਜੇਕਰ ਉਹ ਅੱਗੇ ਫੇਰ ਮੈਰਿਡ ਹੈਗੇ ਤਾਂ ਉਹਨਾਂ ਦੀ ਇੱਦਾਂ ਹੋ ਜੂਗਾ। ਠੀਕ ਆ, ਇਹਨਾਂ ਦੀ ਵਾਈਫ ਇੱਧਰ ਆ ਜਾਏਗੀ। ਠੀਕ ਹੈ, ਤਾਂ ਨੈਕਸਟ ਅਸੀਂ ਕੀ ਟਰਮ ਲਿਖਤੀਆਂ, ਬਾਕਸ ਫॉर ਅ ਮੇਲ, ਸਰਕਲ ਫॉर ਫੀਮੇਲ ਐਂਡ ਲਾਈਨਸ ਬਿਟਵੀਨ ਸਰਕਲ ਫॉर ਫੀਮੇਲ ਪੇਸ਼ੈਂਟ। ਅਤੇ ਜੇਕਰ ਮੇਲ ਪੇਸ਼ੈਂਟ ਹੈਗਾ ਤਾਂ ਅਸੀਂ ਜਿਹੜਾ ਬਾਕਸ ਵਾਲਾ ਹੈਗਾ ਉਹਦੇ ਵਿੱਚ ਇੱਦਾਂ ਲਗਾ ਦੇਣੀਆਂ ਹੈਗੀਆਂ। ਠੀਕ ਹੈ,
ਉਸ ਤੋਂ ਨੈਕਸਟ ਆ ਗਈ ਪਰਸਨਲ ਹਿਸਟਰੀ ਆਫ ਦਾ ਪੇਸ਼ੈਂਟ। ਸਭ ਤੋਂ ਫਸਟ ਹੈਗਾ ਸਲੀਪਿੰਗ ਪੈਟਰਨ। ਡੇ ਟਾਈਮ ਕਿੰਨਾ ਸਲੀਪਿੰਗ ਕਰਦਾ ਹੈਗਾ ਪੇਸ਼ੈਂਟ 1 ਹਾਵਰ ਪਰ ਡੇ, ਨਾਈਟ ਟਾਈਮ 5 to 6 ਹਾਵਰ ਪਰ ਡੇ, ਠੀਕ ਹੈ। ਨੈਕਸਟ ਹੈਗਾ ਡਾਇਟਰੀ ਪੈਟਰਨ। ਪੇਸ਼ੈਂਟ ਇਜ਼ ਵੈਜੀਟੇਰੀਅਨ, ਟੇਕ ਡਾਈਟ 3 times in a day, ਠੀਕ ਹੈ। ਨੈਕਸਟ ਹੈਗਾ ਹੈਬਿਟਸ। ਪੇਸ਼ੈਂਟ ਹੈਵ ਨੋ ਬੈਡ ਹੈਬਿਟ ਸੱਚ ਐਜ਼ ਸਮੋਕਿੰਗ, ਅਲਕੋਹਲ, ਅਦਰ ਡਰਗ ਅਬਿਊਜ਼। ਪੇਸ਼ੈਂਟ ਨੂੰ ਕੋਈ ਵੀ ਬੈਡ ਹੈਬਿਟ ਨਹੀਂ ਹੈਗੀ। ਐਲੀਮੀਨੇਸ਼ਨ ਪੈਟਰਨ, ਬਾਊਲ ਪੈਟਰਨ 2 times per day, ਬਲੈਡਰ ਪੈਟਰਨ 4 to 6 time per day। ਤਾਂ ਇਸ ਦੇ ਵਿੱਚ ਤੁਸੀਂ ਇੱਕ ਹੋਰ ਵੀ ਲਿਖ ਸਕਦੇ ਹੈਗੇ ਆ ਵੀ ਪੇਸ਼ੈਂਟ ਦੀ ਜਿਹੜੀ ਸੋਸ਼ਲ ਕੰਡੀਸ਼ਨ ਉਹ ਕਿੱਦਾਂ ਦੀ ਹੈਗੀ ਆ। ਤਾਂ ਤੁਸੀਂ ਹੈਡਿੰਗ ਦੇ ਸਕਦੇ ਆ ਇਕਨੋਮਿਕਲ ਹਿਸਟਰੀ ਆਫ ਦਾ ਪੇਸ਼ੈਂਟ। ਤੁਸੀਂ ਲਿਖ ਸਕਦੇ ਆ ਪੇਸ਼ੈਂਟ ਬਿਲੋਂਗਿੰਗ ਫਰੋਮ, ਜੇਕਰ ਉਹ ਹਾਈ ਰਿਚ ਫੈਮਿਲੀ ਦਾ ਹੈਗਾ ਤੁਸੀਂ ਉਹਦੇ ਲਿਖ ਸਕਦੇ, ਨਹੀਂ ਤਾਂ ਲਿਖ ਸਕਦੇ ਆ ਪੇਸ਼ੈਂਟ ਫਰੋਮ ਮਿਡਲ ਕਲਾਸ ਫੈਮਿਲੀ। ਪੇਸ਼ੈਂਟਸ ਹਾਊਸ, ਪੇਸ਼ੈਂਟ ਕੀ ਕੰਮ ਕਰਦਾ ਹੈਗਾ, ਐਗਰੀਕਲਚਰ ਕਰਦਾ ਹੈਗਾ, ਉਹਦੀ ਹਿਜ਼ ਵਾਈਫ ਵਾਜ਼ ਅ ਹਾਊਸ ਵਾਈਫ, ਠੀਕ ਹੈ, ਇੱਦਾਂ ਤੁਸੀਂ ਲਿਖ ਸਕਦੇ ਆ। ਉਸ ਤੋਂ ਨੈਕਸਟ ਹੁੰਦਾ ਹੈਗਾ ਫਿਜ਼ੀਕਲ ਐਗਜ਼ਾਮੀਨੇਸ਼ਨ। ਫਿਜ਼ੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਕੀ ਹੈਗਾ ਜਰਨਲ ਅਪੀਅਰੈਂਸ। ਇਸ ਦੇ ਵਿੱਚ ਕੀ ਦੇਖਣਾ ਨਰਿਸ਼ਮੈਂਟ, ਬੋਡੀ ਫਲੂਇਡ, ਹੈਲਦੀ, ਐਕਟੀਵਿਟੀ, ਵੇਟ, ਹਾਈਟ, ਕੌਨਸ਼ੀਅਸ ਲੁੱਕ। ਇਹ ਤੁਸੀਂ ਆਪਣੇ ਅਕੋਰਡਿੰਗ ਲਿਖਣਾ ਹੈਗਾ, ਤੁਹਾਡੀ ਡਿਸੀਜ਼ ਦੇ ਅਕੋਰਡਿੰਗ ਲਿਖਿਆ ਜਾਊਗਾ। ਨੈਕਸਟ ਹੈਗਾ ਸਕਿਨ ਕੰਡੀਸ਼ਨ। ਕਲਰ ਕੀ ਹੈਗਾ ਸਕਿਨ ਦਾ, ਟੈਕਸਚਰ, ਟੈਂਪਰੇਚਰ, ਕਿਉਂਕਿ ਉਹਨੂੰ ਚਿਕਨ ਪੌਕਸ ਦਾ ਟੈਂਪਰੇਚਰ ਵੀ ਬਦਲਿਆ ਹੋਊਗਾ, ਕਲਰ ਵੀ ਉਹਦਾ ਪੇਲਰ ਹੋਊਗਾ ਸਕਿਨ ਦਾ, ਕਿਉਂਕਿ ਚਿਕਨ ਪੌਕਸ ਸਕਿਨ ਦੇ ਉੱਪਰ ਹੁੰਦਾ ਨਾ। ਹੈਡ ਐਂਡ ਫੇਸ। ਸਕਾਲਪ ਕੀ ਹੈਗਾ ਸਕਾਲਪ ਦੇ ਵਿੱਚ ਡੈਂਡਰਫ ਹੈਗੀ ਆ, ਠੀਕ ਹੈ। ਉਸ ਤੋਂ ਬਾਅਦ ਹੈਗਾ ਸਕਲ ਐਂਡ ਹੇਅਰ। ਆਈਬ੍ਰੋ, ਆਈ ਲੈਸ਼ਿਜ਼, ਆਈ ਲਿਡਸ, ਆਈ ਬॉल, ਸਕਲੈਰਾ, ਕੰਜਕਟਾਈਵਾ, ਪਿਊਪਿਲ, ਲੈਂਸ, ਫੰਡਸ ਐਂਡ ਵਿਜ਼ਨ। ਇਹ ਤੁਸੀਂ ਆਪਣੇ ਅਕੋਰਡਿੰਗ ਲਿਖ ਸਕਦੇ ਆ। ਨੈਕਸਟ ਹੈਗਾ ਈਅਰ। ਐਕਸਟਰਨਲ ਈਅਰ ਕਿੱਦਾਂ ਦਾ ਹੈਗਾ, ਨੋਸਟ੍ਰਿਲ ਕਿੱਦਾਂ ਦੇ ਹੈਗੇ ਆ, ਇੰਟਰਨਲ ਨੇਜ਼ਲ ਕੈਵਿਟੀ। ਈਅਰ ਐਂਡ ਨੋਜ਼ ਲਿਖ ਲਿਓ ਇੱਥੇ, ਠੀਕ ਹੈ, ਕਿਉਂਕਿ ਜਿਹੜੇ ਆਹ ਵਾਲੇ ਹੈਗੇ ਆ ਇਹ ਨੋਜ਼ ਹੈਗੇ ਆ। ਪੈਰਾਨੇਜ਼ਲ ਸਾਈਨੋਸਿਸ। ਨੋਜ਼ ਦਾ ਕੀ ਹੈਗਾ ਐਕਸਟਰਨਲ, ਇਹ ਤੁਸੀਂ ਉਸਦੇ ਵਿੱਚ ਹੀ ਐਡ ਕਰ ਸਕਦੇ ਹੈਗੇ ਆ, ਇੱਕ ਹੀ ਪੁਆਇੰਟ ਸੀਗਾ। ਨੈਕਸਟ ਹੈਗਾ ਮਾਊਥ ਐਂਡ ਫੇਰਿੰਗਸ। ਲਿਪਸ, ਟੀਥ, ਆਰਡਰ ਫਰੋਮ ਮਾਊਥ, ਟੰਗ, ਲੇਰਿੰਗਸ, ਮਿਊਕਸ ਮੈਂਬਰੇਨ ਐਂਡ ਜਮਸ। ਨੈਕਸਟ ਹੈਗਾ ਨੈਕ। ਰੇਂਜ ਆਫ ਮੋਸ਼ਨ, ਪ੍ਰੋਪਰ ਫਲੈਕਸ਼ਨ ਹੈਗਾ। ਥਾਇਰੋਇਡ ਗਲੈਂਡ ਕਿੱਦਾਂ ਦੇ ਹੈਗੇ ਆ, ਨੋ ਇਨਲਾਰਜਮੈਂਟ। ਲਿੰਫ ਨੋਡ ਕਿੱਦਾਂ ਦੇ ਹੈਗੇ ਆ, ਨੋ ਇਨਲਾਰਜਮੈਂਟ। ਨੈਕਸਟ ਆ ਗਿਆ ਚੈਸਟ ਦਾ ਜਿਹੜਾ ਅਸੈਸਮੈਂਟ ਕਰਨੀ ਆ। ਬ੍ਰੀਥ ਸਾਊਂਡ ਨੋਰਮਲ, ਹਾਰਟ ਬੀਟ ਨੋਰਮਲ, ਐਬਡੋਮਨ ਇੰਸਪੈਕਸ਼ਨ, ਪਾਲਪੇਸ਼ਨ, ਪਰਕਸ਼ਨ, ਅਲਕਸਟੇਸ਼ਨ, ਠੀਕ ਹੈ। ਤਾਂ ਉਸ ਤੋਂ ਨੈਕਸਟ ਹੈਗਾ ਐਕਸਟਰੀਮਿਟੀਜ਼। ਅਪਰ ਐਕਸਟਰੀਮਿਟੀਜ਼ ਬਾਰੇ ਲਿਖਣਾ, ਲੋਅਰ ਐਕਸਟਰੀਮਿਟੀਜ਼ ਐਂਡ ਬੈਕ ਪੋਸਚਰ। ਨੈਕਸਟ ਹੈਗਾ ਜੈਨੀਟਲੀਆ। ਲੀਜ਼ਨਸ, ਡਿਸਚਾਰਜ, ਕਲਰ ਆਫ ਯੂਰਿਨ। ਨੈਕਸਟ ਹੈਗਾ ਰੈਕਟਮ ਐਂਡ ਐਨਸ। ਪੈਰੀਨੀਅਲ ਸਕਿਨ ਇੰਟੀਗ੍ਰਿਟੀ, ਬਾਊਲ, ਐਲੀਮੀਨੇਸ਼ਨ ਪੈਟਰਨ ਨੋਰਮਲ ਹੈਗਾ ਇਹ। ਉਸ ਤੋਂ ਬਾਅਦ ਨੈਕਸਟ ਆਉਂਦਾ ਹੈਗਾ ਫਰੈਂਡ ਸਾਡੇ ਕੋਲ ਵਾਈਟਲ ਸਾਈਨਸ। ਆਪਣੇ ਡਿਸੀਜ਼ ਦੇ ਅਕੋਰਡਿੰਗ ਤੁਸੀਂ ਜਿਹੜੇ ਵਾਈਟਲ ਸਾਈਨਸ ਲਿਖ ਸਕਦੇ ਹੈਗੇ ਆ। ਵਾਈਟਲ ਸਾਈਨ ਚਿਕਨ ਪੌਕਸ ਦੇ ਵਿੱਚ ਕੀ ਹੋਣਗੇ ਟੈਂਪਰੇਚਰ, ਪੇਸ਼ੈਂਟ ਵੈਲਿਊ ਐਂਡ ਨੋਰਮਲ ਵੈਲਿਊ ਐਂਡ ਰੀਮਾਰਕਸ। ਨੋਰਮਲ ਕਿੰਨਾ ਹੁੰਦਾ ਅਸੀਂ ਉਹ ਇਨਲਿਸਟ ਕਰਨਾ ਹੈਗਾ, ਅਤੇ ਪੇਸ਼ੈਂਟ ਵੈਲਿਊ ਕੀ ਹੈਗੀ ਮੈਂ ਉਹ ਇਨਲਿਸਟ ਕੀਤੀ ਹੋਈ ਹੈ। ਟੈਂਪਰੇਚਰ, ਪਲਸ, ਰੈਸਪੀਰੇਸ਼ਨ ਐਂਡ ਬਲੱਡ ਪ੍ਰੈਸ਼ਰ, ਠੀਕ ਹੈ। ਇਨਕਰੀਜ਼ ਹੈਗਾ ਕੋਈ ਡਿਕਰੀਜ਼ ਹੈਗਾ, ਕੋਈ ਨੋਰਮਲ ਹੈਗਾ, ਠੀਕ ਹੈ। ਉਸ ਤੋਂ ਨੈਕਸਟ ਆ ਜਾਂਦਾ ਹੈਗਾ ਡਿਸੀਜ਼ ਕੰਡੀਸ਼ਨ। ਡਿਸੀਜ਼ ਕੰਡੀਸ਼ਨ ਦੇ ਵਿੱਚ ਅਸੀਂ ਸਾਰਾ ਡਿਸੀਜ਼ ਬਾਰੇ ਲਿਖਣਾ ਹੁੰਦਾ। ਇੰਟਰੋਡਕਸ਼ਨ, ਡੈਫੀਨੇਸ਼ਨ, ਰਿਸਕ ਫੈਕਟਰ, ਕਾਜ਼ਿਜ਼, ਮੋਡ ਆਫ ਟਰਾਂਸਮਿਸ਼ਨ, ਟਾਈਪਸ, ਜੋ ਕੁਛ ਵੀ ਆਉਂਦਾ ਹੈਗਾ ਤੁਹਾਡੀ ਡਿਸੀਜ਼ ਦਾ ਤੁਸੀਂ ਇਹਦੇ ਵਿੱਚ ਸਾਰਾ ਲਿਖਣਾ ਹੈਗਾ। ਡਿਸੀਜ਼ ਕੰਡੀਸ਼ਨ ਕੀ ਸੀਗੀ ਆਪਣੀ ਚਿਕਨ ਪੌਕਸ ਹੈ ਨਾ। ਚਿਕਨ ਪੌਕਸ ਦੇ ਉੱਪਰ ਇੰਟਰੋਡਕਸ਼ਨ ਮੈਂ ਲਿਖੀ ਹੋਈ ਹੈ। ਚਿਕਨ ਪੌਕਸ ਆਲਸੋ ਨੋਨ ਐਜ਼ ਵੈਰੀਸਿਲਾ is highly contagious disease caused by initial infection with varicella zoster virus। ਜਿਹੜਾ ਵੈਰੀਸਿਲਾ ਜੋਸਟਰ ਇੱਕ ਵਾਇਰਸ ਹੈਗਾ ਜਿਹਦੇ ਦੁਆਰਾ ਇਹ ਕਾਜ਼ ਕੀਤੀ ਜਾਂਦੀ ਹੈਗੀ ਆ। ਨੈਕਸਟ ਹੈਗੀ ਹੈ ਜੀ ਡੈਫੀਨੇਸ਼ਨ। ਐਨ ਇਨਫੈਕਸ਼ੀਅਸ ਡਿਸੀਜ਼ ਕਾਜ਼ਿੰਗ ਅ ਮਿਲਡ ਫੀਵਰ। ਇੱਕ ਇਨਫੈਕਸ਼ੀਅਸ ਡਿਸੀਜ਼ ਹੈਗੀ ਹੈ, ਡ੍ਰੋਪਲੇਟ ਇਨਫੈਕਸ਼ਨ ਦੇ ਥਰੂ ਹੋ ਸਕਦੀ ਹੈ। ਏਅਰਬੋਰਨ ਇਹ ਡਿਸੀਜ਼ ਹੈਗੀ ਹੈ, 1 person to another person ਸਪਰੈਡ ਹੁੰਦੀ ਆ। ਕਾਜ਼ ਕੀ ਕਰਦੀ ਹੈ ਇਹ ਮਾਈਲਡ ਫੀਵਰ ਐਂਡ ਰੈਸ਼ਿਜ਼ ਆਫ ਇਚੀ ਇਨਫਲੇਮਡ ਪਿੰਪਲਸ ਵਿਦ ਟਰਨ ਟੂ ਬਲਿਸਟਰਸ। ਜਿਹੜੇ ਬਲਿਸਟਰਸ ਦੇ ਵਿੱਚ ਟਰਨ ਹੋ ਜਾਂਦੇ ਹੈਗੇ ਆ। ਐਂਡ ਦੈਨ ਲੋਸ ਸਕੈਬਸ। it is caused by the herpes zoster virus is
ਮੇਨਲੀ ਇਫੈਕਟਡ ਚਿਲਡਰਨ, ਜਿਹੜੀ ਇਹ ਡਿਸੀਜ਼ ਹੈਗੀ ਆ ਮੇਨਲੀ ਚਿਲਡਰਨਸ ਨੂੰ ਇਫੈਕਟ ਕਰਦੀ। ਜਿਹੜਾ ਹਾਰਪਸ ਜੋਸਟਰ ਵਾਇਰਸ ਹੈਗਾ ਇਹ ਹੁਣ ਫਾਈਂਡ ਹੋਇਆ ਗਾ, ਪਹਿਲਾਂ ਜਿਹੜਾ ਪੁਰਾਣਾ ਵਾਇਰਸ ਸੀਗਾ ਉਹ ਵੈਰੀਸੀਲਾ ਵਾਇਰਸ ਸੀਗਾ। ਨੈਕਸਟ ਹੈਗਾ ਕਾਜ਼ਜ਼ ਆਫ ਚਿਕਨ ਪੌਕਸ, ਵੈਰੀਸੀਲਾ ਜੋਸਟਰ ਵਾਇਰਸ। Varicella zoster virus causes the chickenpox infectious. The virus of contagious to those around you for 1 to 2 days before your blisters open। ਇਹਦੇ ਵਿੱਚ ਜਿਹੜੇ ਤੁਹਾਡੇ ਬਲਿਸਟਰਸ ਹੋਣਗੇ ਹੈ ਨਾ ਚਿਕਨ ਪੌਕਸ ਦੇ ਵਿੱਚ, ਜਿਹੜੇ ਆਪਣੀ ਸਕਿਨ ਦੇ ਉੱਪਰ ਬਲਿਸਟਰਸ ਹੋਏ ਹੁੰਦੇ ਹੈਗੇ ਆ ਉਹ 1 ਤੋਂ 2 ਦਿਨਾਂ ਦੇ ਵਿੱਚ ਓਪਨ ਹੋ ਜਾਂਦੇ ਹੈਗੇ ਆ, ਜਿਨ੍ਹਾਂ ਦੇ ਵਿੱਚ ਕੀ ਇਨਕਲੂਡ ਹੁੰਦਾ ਹੈਗਾ ਸਲਾਈਵਾ। ਆਪਾਂ ਨੂੰ ਕੀ ਇਹਦੇ ਨਾਲ ਕੰਪਲੀਕੇਸ਼ਨਸ ਆਉਂਦੀਆਂ ਹੈਗੀਆਂ, ਕਫਿੰਗ ਹੁੰਦੀ ਆ, ਸਨੀਜਿੰਗ। ਯੂਰ ਬਲਿਸਟਰ ਅਪੀਅਰ, ਜਿਹੜਾ ਵੈਰੀਫਿਲਾ ਜ਼ੋਸਟਰ ਵਾਇਰਸ ਹੈਗਾ ਰਿਮੇਨਸ ਕੰਟੇਜੀਅਸ ਐਂਟਿਲ ਆਲ ਬਲਿਸਟਰ ਹੈਵ ਕਰਸਡ ਓਵਰ ਸਲਾਈਵਾ, ਕਫਿੰਗ, ਸਨੀਜਿੰਗ, ਕੰਟੈਕਟ ਵਿਦ ਫਲੂਇਡ ਫਰੋਮ ਬਲਿਸਟਰਸ। ਕੋਈ ਵੀ ਕਿਸੇ ਵੀ ਸਲਾਈਵਾ ਤੋਂ ਆਪਾਂ ਨੂੰ ਇਹ ਹੋ ਸਕਦਾ। ਕਫ ਕਿੱਥੇ ਨੇ, ਕੋਈ ਕਫ ਕਰ ਰਿਹਾ ਹੈਗਾ, ਜਿਹੜੀ ਉਹਦੀ ਆਪਾਂ ਇਨਹੇਲ ਕਰ ਲਈ ਹੈ ਨਾ, ਜਾਂ ਕਿਸੇ ਨੇ ਸਨੀਜ਼ ਕੀਤਾ ਤਾਂ ਜਿਹੜੀ ਉਹਦੇ ਬੈਕਟੀਰੀਆ ਸੀਗੇ ਉਹ ਆਪਾਂ ਇਨਹੇਲ ਕਰ ਲਏ ਥਰੂ ਦਾ ਏਅਰ, ਠੀਕ ਹੈ। ਕੰਟੈਕਟ ਵਿਦ ਫਲੂਇਡ ਫਰੋਮ ਬਲਿਸਟਰ, ਜਾਂ ਕਿਸੇ ਨੂੰ ਕੋਈ ਚਿਕਨ ਪੌਕਸ ਹੋਇਆ ਸੀਗਾ ਆਪਾਂ ਉਹਦੇ ਕੰਟੈਕਟ ਵਿੱਚ ਆ ਗਏ ਤਾਂ ਉੱਥੋਂ ਹੀ ਆਪਾਂ ਨੂੰ ਹੋ ਸਕਦੀ ਹੈਗੀ ਹੈ, ਠੀਕ ਹੈ। ਨੈਕਸਟ ਆ ਗਏ ਇਹਦੇ ਰਿਸਕ ਫੈਕਟਰਸ। ਫਸਟ ਹੈਗਾ ਪਰਸਨ ਆਫ ਐਨੀ ਏਜ ਹੂ ਹੈਵ ਨਾਈਦਰ ਹੈਡ ਚਿਕਨ ਪੌਕਸ ਇਨ ਦਾ ਪਾਸਟ ਨੋਰ ਬੀਨ ਇਮੂਨਾਈਜ਼ਡ ਅਗੇਂਸਟ ਆਫ ਚਿਕਨ ਪੌਕਸ। ਰਿਸਕ ਫੈਕਟਰ ਮਤਲਬ ਇਹ ਕਿਹਨੂੰ ਹੋ ਸਕਦਾ। ਇੱਕ ਪਰਸਨ ਹੈਗਾ ਜਿਹਨੂੰ ਛੋਟੇ ਹੁੰਦਿਆਂ ਵੀ ਨਹੀਂ ਚਿਕਨ ਪੌਕਸ ਹੋਇਆ ਅਤੇ ਵੱਡੇ ਹੋ ਕੇ ਵੀ ਨਹੀਂ ਹਜੇ ਹੋਇਆ ਹੈਗਾ, ਨਾ ਹੀ ਉਹਨੂੰ ਇਮੂਨਾਈਜੇਸ਼ਨ ਦਿੱਤਾ ਗਿਆ ਗਾ। ਨਿਊ ਬੋਰਨ ਸਪੈਸ਼ਲੀ ਦੋਜ਼ ਬੋਰਨ ਪਰਮਾਨੈਂਟਲੀ ਅੰਡਰ 1 ਮੰਥ, ਨਿਊ ਬੋਰਨ ਬੇਬੀਜ਼ ਨੂੰ ਇਹ ਹੋ ਸਕਦਾ ਹੈਗਾ। ਨੈਕਸਟ ਹੈਗਾ ਪੀਪਲ ਵਿਦ ਦਾ ਵੀਕ ਐਂਡ ਇਮਿਊਨ ਸਿਸਟਮ, ਜਿਹੜੇ ਪੀਪਲ ਦਾ ਇਮਿਊਨ ਸਿਸਟਮ ਵੀਕ ਹੁੰਦਾ। ਪੀਪਲ ਵਿਦ ਕੈਂਸਰ, ਪੀਪਲ ਹੂ ਆਰ ਮੋਡਰੇਟਲੀ ਔਰ ਸੀਵੀਅਰਲੀ ਇਲ ਐਂਡ ਆਰ ਨੋਟ ਯੈਟ ਫੁੱਲੀ ਰਿਕਵਰਡ, ਜਿਹੜੇ ਪੀਪਲ ਇਲ ਹੁੰਦੇ ਹੈਗੇ ਆ ਹੋਸਪਿਟਲ ਦੇ ਵਿੱਚ ਐਡਮਿਟ ਵਗੈਰਾ ਹੁੰਦੇ ਆ, ਉਹਨਾਂ ਨੂੰ ਉੱਥੋਂ ਇਨਫੈਕਸ਼ਨ ਦੇ ਥਰੂ ਏਅਰਬੋਰਨ ਡਿਸੀਜ਼ ਹੈਗੀ ਕਿਉਂਕਿ ਉੱਥੋਂ ਚਿਕਨ ਪੌਕਸ ਹੋ ਸਕਦਾ। ਨੈਕਸਟ ਆ ਗਿਆ ਇਹਦਾ ਡਾਇਗਨੋਸਟਿਕ ਅਵੈਲੂਏਸ਼ਨ, ਇਹਦੇ ਕਿਹੜੇ ਟੈਸਟ ਕੀਤੇ ਜਾਂਦੇ ਆ। ਡਾਕਟਰਸ ਜਰਨਲੀ ਡਾਇਗਨੋਸਿਸ ਚਿਕਨ ਪੌਕਸ ਬੇਸਡ ਔਨ ਦਾ ਰੈਸ਼, ਜਿਹੜੇ ਆਪਣੀ ਬੋਡੀ ਦੇ ਉੱਪਰ ਰੈਸ਼ਿਸ ਹੋਏ ਹੁੰਦੇ ਆ, ਜਨਰਲੀ ਜਿਹੜੇ ਡਾਕਟਰ ਹੈਗੇ ਆ ਆਮ ਤੌਰ 'ਤੇ ਉਹ ਰੈਸ਼ਿਸ ਨੂੰ ਵੇਖ ਕੇ ਹੀ ਆਪਾਂ ਨੂੰ ਡਾਇਗਨੋਸਟਿਕ ਇਵੈਲੂਏਸ਼ਨ ਕਰ ਦਿੰਦੇ ਆ, ਮੈਡੀਸਿਨ ਦੇ ਦਿੰਦੇ ਆ ਹੈ ਨਾ। ਇਫ ਦੇਅਰ ਇਜ਼ ਐਨੀ ਡਾਊਟ ਅਬਾਊਟ ਡਾਇਗਨੋਸਟਿਕ ਚਿਕਨ ਪੌਕਸ, ਜੇਕਰ ਕੋਈ ਵੀ ਡਾਊਟ ਹੁੰਦਾ ਤਾਂ ਉਹ ਕਨਫਰਮ ਕਰਨ ਲਈ ਲੈਬੋਰਟਰੀ ਟੈਸਟ ਕੀਤੇ ਜਾਂਦੇ, ਜਿਹਦੇ ਵਿੱਚ ਬਲੱਡ ਟੈਸਟ ਹੁੰਦੇ ਆ, ਕਲਚਰ ਹੁੰਦੇ ਆ ਅਤੇ ਲੈਜ਼ਨ ਸੈਂਪਲਸ ਹੁੰਦੇ ਆ। ਦਾ ਕਰੈਕਟਰਿਸਟਿਕਸ ਰੈਸ਼ ਐਂਡ ਅ ਹਿਸਟਰੀ of recent exposure should lead to a prompt diagnosis। the detection of VZV ਇਹ ਵਾਇਰਸ ਦਾ ਨਾਮ ਹੈਗਾ, ਠੀਕ ਹੈ। specific IgM is considered diagnostic of acute infection। next ਹੈਗਾ ਕਲੀਨਿਕਲ ਮੈਨੀਫੈਸਟੇਸ਼ਨ, ਮਤਲਬ ਕਿ ਸਾਈਨਮ ਸਿਮਟਮ। ਚਿਕਨ ਪੌਕਸ ਇਨਫੈਕਸ਼ਨ ਅਪੀਅਰਸ 10 to 21 ਡੇਜ਼, ਜਿਹੜੀ ਆਪਣੀ ਬੋਡੀ ਦੇ ਉੱਪਰ 10 ਤੋਂ 21 ਦਿਨਾਂ ਦੇ ਵਿੱਚ, ਮੇਨਲੀ ਤਾਂ 10 ਤੋਂ 14 ਦਿਨਾਂ ਦੇ ਵਿੱਚ ਇਹ ਅਪੀਅਰ ਹੋ ਜਾਂਦੀ ਹੈ, ਦਿਸਣ ਲੱਗ ਜਾਂਦੀ ਹੈਗੀ ਆ। ਫਸਟ ਹੈਗਾ ਰੈਸ਼ਿਸ, ਆਪਣੀ ਬੋਡੀ ਦੇ ਉੱਪਰ ਹੋ ਸਕਦੇ ਹੈਗੇ ਆ। ਵੰਸ ਦਾ ਚਿਕਨ ਪੌਕ ਰੈਸ਼ ਅਪੀਅਰ ਇਟ ਗੋਜ਼ ਥਰੂ 3 phases, ਰੇਜ਼ਡ ਪੇਨ ਔਰ ਰੈਡ ਬਮਸ ਵਿਚ ਬ੍ਰੇਕ ਆਊਟ ਓਵਰ ਸੈਵਰਲ ਡੇਜ਼, ਸਮਾਲ ਫਲੂਇਡ ਫਿਲਡ ਬਲਿਸਟਰਸ ਹੋ ਜਾਂਦੇ ਹੈਗੇ ਆ, ਠੀਕ ਹੈ। ਤਾਂ ਇਹਦੇ ਨਾਲ ਆਪਾਂ ਨੂੰ ਕੀ ਹੁੰਦਾ, ਫੀਵਰ, ਹੈਡੇਕ ਐਂਡ ਬੋਡੀ ਮੈਲਾਈਜ਼ ਹੋ ਜਾਂਦਾ ਹੈਗਾ। ਪ੍ਰੀਵੈਂਸ਼ਨ, ਅਸੀਂ ਇਹਦੇ ਤੋਂ ਕਿਵੇਂ ਬਚ ਸਕਦੇ ਹਾਂ, ਇਹਦੀ ਕੀ ਪ੍ਰੀਵੈਂਸ਼ਨ ਹੈਗੀ ਆ। ਦਾ ਬੈਸਟ ਵੇ ਟੂ ਪ੍ਰੀਵੈਂਟ ਚਿਕਨ ਪੌਕਸ ਇਜ਼ ਟੂ ਗੈਟ ਚਿਕਨ ਪੌਕਸ ਵੈਕਸੀਨ ਐਵਰੀਵਨ ਇਨਕਲੂਡਿੰਗ ਚਿਲਡਰਨ। ਤਾਂ ਬੈਸਟ ਵੇ ਦਾ ਕੀ ਹੈਗਾ, ਜਿਹੜੀ ਚਿਕਨ ਪੌਕਸ ਦੀ ਵੈਕਸੀਨ ਹੈਗੀ ਆ ਉਹ ਹਰੇਕ ਪਰਸਨ ਨੂੰ ਲੈਣੀ ਚਾਹੀਦੀ ਹੈਗੀ ਆ, ਚਿਲਡਰਨ ਨੂੰ ਖਾਸ ਕਰਕੇ ਦਵਾਉਣੀ ਚਾਹੀਦੀ ਆ। ਅਡੋਲਸੈਂਟ ਐਂਡ ਅਡਲਟ ਸ਼ੁੱਡ ਗੈਟ 2 doses of chicken pox vaccine if they have never had chicken pox, ਔਰ ਜੇਕਰ ਉਹਨਾਂ ਨੂੰ ਚਿਕਨ ਪੌਕਸ ਵੀ ਨਹੀਂ ਹੋਇਆ ਅਤੇ ਉਹਨਾਂ ਨੇ ਵੈਕਸੀਨ ਵੀ ਨਹੀਂ ਲਈ ਹੈਗੀ ਤਾਂ ਉਹਨਾਂ ਨੂੰ ਜ਼ਿਆਦਾ ਚਾਂਸ ਹੈਗੇ ਆ। ਤਾਂ ਕਰਕੇ ਪਹਿਲਾਂ ਹੀ ਜਿਹੜੀ ਵੈਕਸੀਨ ਦੇ 2 ਡੋਜ਼ਿਸ ਲੈ ਲੈਣੀਆਂ ਚਾਹੀਦੀਆਂ ਹੈਗੀਆਂ, ਠੀਕ ਹੈ। ਤਾਂ ਇਹਦੀ ਨਰਸਿੰਗ ਮੈਨੇਜਮੈਂਟ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਨਰਸਿੰਗ ਅਸੈਸਮੈਂਟ ਕਰਾਂਗੇ, ਪੇਸ਼ੈਂਟ ਦੀ ਹਿਸਟਰੀ ਲਵਾਂਗੇ, ਉਹਦੀ ਪ੍ਰੈਜੈਂਟ ਐਂਡ ਪਾਸਟ ਹਿਸਟਰੀ ਲਵਾਂਗੇ, ਮੈਡੀਕਲ ਹਿਸਟਰੀ ਲਵਾਂਗੇ, ਸਰਜੀਕਲ ਹਿਸਟਰੀ ਵੀ ਲਵਾਂਗੇ, ਇਮੂਨਾਈਜੇਸ਼ਨ ਸ਼ਡਿਊਲ ਬਾਰੇ ਪੁੱਛਾਂਗੇ ਕਿ ਉਹਨਾਂ ਨੇ ਇਮੂਨਾਈਜੇਸ਼ਨ ਕਰਵਾਇਆ ਹੈਗਾ ਜਾਂ ਨਹੀਂ, ਹੈ ਨਾ। ਚਾਈਲਡ ਇਜ਼ ਇਮਿਊਨੋ ਕੰਪਰਾਈਜ਼ ਟੂ ਹੈਲਪ ਗਾਈਡ ਮੈਨੇਜਮੈਂਟ, ਠੀਕ ਹੈ। ਉਸ ਤੋਂ ਬਾਅਦ ਹੁੰਦਾ ਹੈਗਾ ਨਰਸਿੰਗ ਡਾਇਗਨੋਸਿਸ,
फस्ट नर्सिंग डायग्नोसिस हैगा हाइपोथर्मिया रिलेटेड टू वायरल इन्फेक्शन, impaired skin integrity related to mechanical factor, example stresslessness, tear function, disturbed body image related to lesions on the skin, deficient knowledge about the condition and treatment needs, risk for infection related to damaged skin tissue। वैसे मैं चिकन पॉक्स के पहला जो नर्सिंग केयर प्लान प्रोवाइड किया होया गा, तो तुस उन्होंने वीडियोज़ का लिंक भी मैं इस वीडियो डिस्क्रिप्शन में जरूर प्रोवाइड करूँगी। तो यह हैगा फस्ट नर्सिंग केयर प्लान ऑन चिकन पॉक्स। नेक्स्ट हैगा सैकेंड नर्सिंग केयर प्लान ऑन चिकन पॉक्स। देयर इज़ अ थर्ड नर्सिंग केयर प्लान ऑन चिकन पॉक्स। उस तो बाद हैगा हैल्थ एजुकेशन। ਇਹ ਕੰਪਲੀਟ ਵੀਡੀਓ ਹੈਗੀ ਆ ਕੇਸ ਪ੍ਰੈਜੈਂਟੇਸ਼ਨ 'ਤੇ। ਤੁਸੀਂ ਇਹ ਤੋਂ ਕੰਟੈਂਟ ਵੀ ਲੈ ਸਕਦੇ ਹੋ ਕਿਸੇ ਵੀ ਟੌਪਿਕ ਦੇ ਉੱਪਰ ਕੇਸ ਪ੍ਰੈਜੈਂਟੇਸ਼ਨ ਬਣਾਉਣ ਦੇ ਲਈ। ਤਾਂ ਹੈਲਥ ਐਜੂਕੇਸ਼ਨ ਪਰਸਨਲ ਹਾਈਜੀਨ ਬਾਰੇ ਦੱਸਾਂਗੇ, ਪੇਸ਼ੈਂਟ ਨੂੰ ਐਜੂਕੇਟ ਕਰਾਂਗੇ ਉਹਨੇ ਆਪਣੀ ਪਰਸਨਲ ਐਜੂਕੇਸ਼ਨ ਕਿੱਦਾਂ ਰੱਖਣੀ ਹੈਗੀ ਆ, ਠੀਕ ਹੈ। ਯੂ ਕੈਨ ਸੀ ਨੈਕਸਟ ਹੈਗਾ ਡਾਇਟਰੀ ਪੈਟਰਨ ਬਾਰੇ ਦੱਸਾਂਗੇ, ਉਹਨੂੰ ਰਿਸਟ੍ਰਿਕਸ਼ਨ ਲਾਵਾਂਗੇ ਕਿ ਉਹਨੇ ਖਾਣਾ ਹੈਗਾ ਕਿ ਨਹੀਂ ਖਾਣਾ ਹੈਗਾ, ਕਿੱਦਾਂ ਦੀ ਉਹਨੂੰ ਡਾਇਟ ਲੈਣੀ ਹੈਗੀ ਆ। लो सोडियम ਲੈਣਾ ਹੈਗਾ ਜਿਹਦੇ ਵਿੱਚ ਕਲੋਰਾਈਡ ਘੱਟ ਹੋਵੇ ਹੈ ਨਾ, ਐਡੂਕੇਟ ਅਮਾਊਂਟ ਦੇ ਵਿੱਚ ਉਹਨੂੰ ਕਹਿਣਾ ਹੈਗਾ ਫਲੂਇਡ ਲਓ, ਠੀਕ ਹੈ। ਪ੍ਰੋਪਰ ਡਾਈਟ ਫਾਈਬਰਿਕ ਡਾਈਟ ਬਾਰੇ ਉਹਨੂੰ ਪੇਸ਼ੈਂਟ ਨੂੰ ਕਹਿਣਾ ਹੈਗਾ ਲੈਣ ਬਾਰੇ। ਨੈਕਸਟ ਹੈਗਾ ਐਕਸਰਸਾਈਜ਼, ਕਿਹੜੀਆਂ ਐਕਸਰਸਾਈਜ਼ ਉਹਨੇ ਕਰਨੀ ਹੈਗੀ ਉਹਨਾਂ ਬਾਰੇ ਦੱਸਾਂਗੇ। ਮੈਡੀਕੇਸ਼ਨ ਪ੍ਰੋਵਾਈਡ ਕਰਾਂਗੇ ਅਕੋਰਡਿੰਗ ਟੂ ਦਾ ਡਾਕਟਰ, ਠੀਕ ਹੈ। ਫੋਲੋ ਅਪ ਕੇਅਰ ਮਤਲਬ ਕਿ ਜਦੋਂ ਉਹ ਘਰ ਚੱਲ ਜਾਂਦੇ ਹੈਗੇ ਹੈ ਨਾ, ਜੇਕਰ ਉਹ ਉਹਨਾਂ ਦੀ ਮੈਡੀਸਿਨ ਖਤਮ ਹੋ ਗਈ ਆ ਤਾਂ ਉਹਨਾਂ ਨੇ ਉਨਾ ਟਾਈਮ ਮੈਡੀਸਿਨ ਲੈਣੀ ਹੈਗੀ ਹੈ ਜਿੰਨਾ ਟਾਈਮ ਉਹਨਾਂ ਨੂੰ ਕਿਹਾ ਹੈਗਾ ਡਾਕਟਰ ਨੇ, ਠੀਕ ਹੈ। ਇਹਨੂੰ ਕਹਿੰਦੇ ਆ ਫੋਲੋ ਅਪ ਕੇਅਰ। ਐਜੂਕੇਟ ਦਾ ਪੇਸ਼ੈਂਟ, ਪ੍ਰੋਪਰ ਫੋਲੋ ਅਪ ਕੇਅਰ, ਐਜੂਕੇਟ ਅਬਾਊਟ ਇੰਪੋਰਟੈਂਸ ਆਫ ਫੋਲੋ ਅਪ ਕੇਅਰ ਐਂਡ ਪ੍ਰੀਵੈਂਟ ਫਰਦਰ ਕੰਪਲੀਕੇਸ਼ਨਸ, ਠੀਕ ਹੈ। ਨੈਕਸਟ ਹੈਗਾ ਸਮਰੀ ਦੇ ਵਿੱਚ ਆ ਜੂਗਾ ਥਰੂ ਦਿਸ ਕੇਸ ਪ੍ਰੈਜੈਂਟੇਸ਼ਨ ਆਈ ਕਮ ਟੂ ਨੋ ਅਬਾਊਟ ਦਾ ਟੋਪਿਕ ਚਿਕਨ ਪੌਕਸ। ਇਟ ਇਨਕਲੂਡ ਇੰਟਰੋਡਕਸ਼ਨ, ਡੈਫੀਨੇਸ਼ਨ, ਕਾजेज, ਰਿਸਕ ਫੈਕਟਰ, ਕਲੀਨਿਕਲ ਮੈਨੀਫੈਸਟੇਸ਼ਨ, ਡਾਇਗਨੋਸਟਿਕ ਇਵੈਲੂਏਸ਼ਨ ਐਂਡ ਮੈਨੇਜਮੈਂਟ। ਵੈਨ ਈਵਨ I face this type of situation in future, then I can easily manage and provide comprehensive nursing care, ठीक है। उस बाद नैक्सट हैगा कनकलूजन, ये तुसीं लिख सकते हैं माई पेशेंट इज सफरिंग फ्रॉम चिकन पॉक्स विद चीफ कंप्लेंट्स, ठीक है। बाई कलैक्टिंग हिस्ट्री, फिजिकल एग्जामिनेशन वी कैन नॉट टू नो अबाउट द प्रॉब्लम ऑफ द पेशेंट। आई गिव एजुकेशन रिगार्डिंग हैल्थ स्टेटस थ्रू दिस पेशेंट कंडीशन वाज इंप्रूवड, ठीक है। उस तो बाद नैक्सट आ गया हैगा बिबलियोग्राफी। फ्रेंड्स ये सी साड़ी अज की वीडियो, मिलते हैं नैक्सट वीडियो के नवे टॉपिक के नाल। थैंक यू फॉर वॉचिंग माई वीडियो, थैंक यू। वीडियो लाइक कमेंट शेयर जरूर करियो, चैनल में सबसक्राइब जरूर करियो।